Hello students, now we will start our next topic number 2 of this chapter. ਅੱਜ ਜੋ ਆਪਾਂ ਟੌਪਿਕ ਕਰਨਾ ਉਹ ਹੈਗਾ ਸੈਕੰਡਰੀ ਫੰਕਸ਼ਨਸ ਆਫ ਮਨੀ। ਕੱਲ ਆਪਾਂ ਪੜ੍ਹਿਆ ਕਿ ਮਨੀ ਦੇ ਜਿਹੜੇ ਫੰਕਸ਼ਨ ਆ ਉਹਨੂੰ 3 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਜਾਂਦਾ, ਜਿਵੇਂ ਕਿ ਪ੍ਰਾਇਮਰੀ ਫੰਕਸ਼ਨਸ, ਉਹਨੂੰ ਮੇਨ ਫੰਕਸ਼ਨਸ ਵੀ ਬੋਲਿਆ ਜਾਂਦਾ। ਦੂਜਾ ਹੈਗਾ ਸੈਕੰਡਰੀ ਫੰਕਸ਼ਨਸ ਜਿਹਨੂੰ ਸਬਸਿਡਰੀ ਫੰਕਸ਼ਨਸ ਵੀ ਬੋਲਿਆ ਜਾਂਦਾ, ਅਤੇ ਥਰਡ ਵਨ ਇਜ਼ ਕੰਟਿੰਜੈਂਟ ਫੰਕਸ਼ਨ। ਠੀਕ ਹੈ, ਕੱਲ ਆਪਾਂ ਪ੍ਰਾਇਮਰੀ ਫੰਕਸ਼ਨ ਦੇ ਜਿਹੜੇ ਸਾਰੇ ਫੰਕਸ਼ਨਸ ਆ ਜਾਂ ਮੇਨ ਫੰਕਸ਼ਨ ਦੇ ਵਿੱਚ ਅੱਗੇ ਜੋ ਫੰਕਸ਼ਨ ਆ ਡਿਸਕ੍ਰਾਈਬ ਕਰ ਲਏ। ਅੱਜ ਆਪਾਂ ਕਰਨੇ ਆ ਵਟ ਆਰ ਦਾ ਸੈਕੰਡਰੀ ਫੰਕਸ਼ਨਸ ਆਫ ਮਨੀ। ਸੋ ਦੇਖੋ ਕਿ ਜਿਹੜੇ ਸੈਕੰਡਰੀ ਫੰਕਸ਼ਨਸ ਆ ਉਹਨਾਂ ਨੂੰ ਪੰਜਾਬੀ ਵਿੱਚ ਗੌਣ ਜਾਂ ਸਹਾਇਕ ਫੰਕਸ਼ਨਸ ਵੀ ਬੋਲਿਆ ਜਾਂਦਾ। ਠੀਕ ਹੈ, ਇਹਨਾਂ ਨੂੰ ਜਿਹੜੇ ਸੈਕੰਡਰੀ ਫੰਕਸ਼ਨ ਆ ਉਹਨਾਂ ਨੂੰ ਅੱਗੇ 3 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਗਿਆ। ਇਹਦੇ ਅੰਡਰ ਜਿਹੜੇ 3 ਫੰਕਸ਼ਨਸ ਨੂੰ ਰੱਖਿਆ ਗਿਆ। ਫਸਟ ਹੈਗਾ ਸਟੈਂਡਰਡ ਆਫ ਡਿਫਰਡ ਪੇਮੈਂਟਸ, ਸੈਕਿੰਡ ਹੈਗਾ ਸਟੋਰ ਆਫ ਵੈਲਿਊ, ਐਂਡ ਥਰਡ ਹੈਗਾ ਟ੍ਰਾਂਸਫਰ ਆਫ ਵੈਲਥ। ਸੋ ਆਪਾਂ ਪਹਿਲਾਂ ਡਿਸਕ੍ਰਾਈਬ ਕਰਦੇ ਹਾਂ ਕਿ ਸਟੈਂਡਰਡ ਆਫ ਡਿਫਰ ਪੇਮੈਂਟਸ ਕੀ ਆ। ਠੀਕ ਹੈ, ਸਟੈਂਡਰਡ ਆਫ ਡਿਫਰ ਪੇਮੈਂਟਸ ਦੇਖੋ, ਪੇਮੈਂਟਸ ਸ਼ਬਦ ਆਪਾਂ ਨੂੰ ਪਤਾ ਵੀ ਕੋਈ ਵੀ ਪੇਮੈਂਟ ਆ ਜੋ ਆਪਾਂ ਭੁਗਤਾਨ ਕਰਦੇ ਹਾਂ, ਪੇ ਕਰਦੇ ਹਾਂ। ਠੀਕ ਹੈ, ਇਨ ਦਾ ਫਾਰਮ ਆਫ ਮਨੀ। ਡਿਫਰਡ ਦਾ ਮਤਲਬ ਹੁੰਦਾ ਲੇਟ। ਕਹਿੰਦੇ ਉਹ ਵਾਲੀਆਂ ਪੇਮੈਂਟਸ ਜਿਹੜੀਆਂ ਕੀ ਆ ਲੇਟ ਪੇ ਕਰ ਸਕਦੇ ਆ। ਠੀਕ ਹੈ, ਮਨੀ ਦਾ ਦੂਜਾ ਕੰਮ ਕੀ ਆ ਕਿ ਮਨੀ ਹੋਣ ਦੇ ਨਾਲ, ਮਨੀ ਦੀ ਇਨੋਵੇਸ਼ਨ ਹੋਣ ਦੇ ਨਾਲ ਆਪਾਂ ਉਹ ਪੇਮੈਂਟਸ ਵੀ ਕਰ ਸਕਦੇ ਹਾਂ ਜੋ ਆਪਾਂ ਭਵਿੱਖ ਦੇ ਲਈ ਟਾਲ ਦਿੰਦੇ ਹਾਂ। ਠੀਕ ਹੈ, ਇਨ ਫਿਊਚਰ ਵਿੱਚ ਆਪਾਂ ਜੋ ਪੇਮੈਂਟਸ ਕਰਨੀਆਂ ਹੁੰਦੀਆਂ। ਕਲੀਅਰ ਦੇਖੋ ਕੀ ਆ, ਡਿਫਰਡ ਪੇਮੈਂਟਸ ਆਰ ਦੂਜ਼ ਪੇਮੈਂਟਸ ਵਿਚ ਆਰ ਟੂ ਬੀ ਮੇਡ ਇਨ ਦਾ ਨੀਅਰ ਫਿਊਚਰ। ਨੀਅਰ ਫਿਊਚਰ ਦਾ ਮਤਲਬ ਹੁੰਦਾ ਕਿ ਨੇੜਲੇ ਭਵਿੱਖ ਦੇ ਵਿੱਚ ਜੋ ਪੇਮੈਂਟਸ ਆਪਾਂ ਕਰਨੀਆਂ ਹੁੰਦੀਆਂ। ਠੀਕ ਹੈ, ਉਹਨਾਂ ਨੂੰ ਕੀ ਬੋਲਿਆ ਜਾਂਦਾ, ਆਪਾਂ ਡਿਫਰਡ ਪੇਮੈਂਟਸ ਬੋਲਦੇ ਹਾਂ। ਠੀਕ ਹੈ, ਸੋ ਮਨੀ ਦੇ ਆਉਣ ਦਾ ਨਾਲ ਕੀ ਹੋਇਆ ਕਿ ਆਪਾਂ ਜਿਹੜੀਆਂ ਭਵਿੱਖ ਦੇ ਵਿੱਚ ਆਪਣਾ ਜੋ ਪੇਮੈਂਟਸ ਆ ਉਹਨਾਂ ਨੂੰ ਟਾਲ ਸਕਦੇ ਹਾਂ। ਵੀ ਆਪਾਂ ਕਿਸੇ ਨੂੰ ਕਹਿ ਸਕਦੇ ਹਾਂ ਵੀ ਆਹ ਵਾਲੀ ਪੇਮੈਂਟਸ ਅਸੀਂ ਕੀ ਆ ਇਨ ਦਾ ਨੀਅਰ ਫਿਊਚਰ ਕਰ ਦੇਵਾਂਗੇ। ਫੋਰ ਐਗਜ਼ਾਮਪਲਸ ਕਹਿੰਦੇ ਲੋਨਸ ਫਰੋਮ ਬੈਂਕਸ। ਕਹਿੰਦੇ ਇਹਦੀ ਸਭ ਤੋਂ ਵਧੀਆ ਐਗਜ਼ਾਮਪਲ ਆ ਕਿ ਜੋ ਆਪਾਂ ਬੈਂਕਸ ਤੋਂ ਲੋਨ ਵਗੈਰਾ ਲੈਂਦੇ ਹਾਂ। ਠੀਕ ਹੈ, ਲੋਨ ਵਗੈਰਾ ਕੀ ਆ, ਮਤਲਬ ਆਪਾਂ ਕੋਈ ਵੀ ਪੈਸਾ, ਕੋਈ ਵੀ ਕਰਜ਼ ਬੈਂਕਾਂ ਤੋਂ ਲੈਂਦੇ ਆ, ਉਹਦੇ ਵਿੱਚ ਕੀ ਹੁੰਦਾ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ 1 ਸਾਲ ਦਾ ਜੇ ਆਪਾਂ ਲੋਨ ਲੈਂਦੇ ਆ ਤੇ ਉਹਦੇ ਵਿੱਚ 3 ਇੰਸਟਾਲਮੈਂਟਸ ਦਿੱਤੀਆਂ ਜਾਂਦੀਆਂ ਜਿਹਨੂੰ EMIs ਕਹਿੰਦੇ ਆ। ਠੀਕ ਹੈ, ਉਹਦੇ ਵਿੱਚ ਕੀ ਆ, ਪੈਸੇ ਨੂੰ ਡਿਵਾਈਡ ਕੀਤਾ ਜਾਂਦਾ ਵੀ ਤੁਸੀਂ ਹੌਲੀ ਹੌਲੀ ਕਰਕੇ ਕੀ ਆ ਇਹ ਪੇਮੈਂਟਸ ਕਰ ਦੇਣੀਆਂ। ਮਤਲਬ ਕਿ ਉਹ ਪੇਮੈਂਟਸ ਤੁਰੰਤ ਨਹੀਂ ਕਰਨੀਆਂ ਹੁੰਦੀਆਂ, ਆਪਾਂ ਉਹਨਾਂ ਨੂੰ ਭਵਿੱਖ ਦੇ ਲਈ ਟਾਲ ਸਕਦੇ ਹਾਂ। ਉਹਨਾਂ ਨੂੰ ਹੀ ਡਿਫਰ ਪੇਮੈਂਟਸ ਬੋਲਿਆ ਜਾਂਦਾ। ਇਸ ਤੋਂ ਅੱਗੇ ਆਪਾਂ ਹੋਰ ਐਗਜ਼ਾਮਪਲ ਲੈ ਸਕਦੇ ਹਾਂ ਕਿ ਆਪਣੇ ਇੰਡੀਆ ਦੇ ਵਿੱਚ ਕੀ ਹੈ 75% ਲੋਕ ਇਹੋ ਜਿਹੇ ਆ ਜੋ ਹੋਮ ਲੋਨ ਲੈਂਦੇ ਆ, ਮਤਲਬ ਆਪਣਾ ਘਰ ਬਣਾਉਣ ਦੇ ਲਈ ਲੋਨ ਲੈਂਦੇ ਆ। ਠੀਕ ਹੈ, ਹੁਣ ਦੇਖੋ ਘਰ ਬਣਾਉਣ ਦੇ ਲਈ ਕੀ ਆ ਬਹੁਤ ਸਾਰੇ ਪੈਸੇ ਦੀ ਲੋੜ ਹੁੰਦੀ ਆ। ਸੋ ਜਿਨ੍ਹਾਂ ਨੇ ਆਪਣਾ ਹੋਮ ਲੋਨ ਲੈਣਾ ਹੁੰਦਾ ਉਹ ਕੀ ਆ ਡਿਫਰਡ ਪੇਮੈਂਟ ਕਰਦੇ ਆ। ਮਤਲਬ ਭਵਿੱਖ ਦੇ ਵਿੱਚ ਕੀ ਆ ਇਹ ਸਾਰੀਆਂ ਇੰਸਟਾਲਮੈਂਟਸ ਲੈ ਕੇ ਮਤਲਬ 10 ਸਾਲਾਂ ਦੇ ਵਿੱਚ ਕੀ ਆ ਹੌਲੀ ਹੌਲੀ ਕੀ ਆ ਪੇ ਕਰਦੇ ਆ। ਠੀਕ ਹੈ, ਇਹਨਾਂ ਨੂੰ ਹੀ ਡਿਫਰ ਪੇਮੈਂਟਸ ਬੋਲਿਆ ਜਾਂਦਾ। ਹੁਣ ਆਪਾਂ ਨੂੰ ਪਤਾ ਕਿ ਪਹਿਲਾਂ ਕੀ ਸੀ, ਬਾਰਟਰ ਇਕੋਨਮੀ ਸੀ ਜਿਹਦੇ ਵਿੱਚ ਕੀ ਆ ਵਸਤੂਆਂ ਨੂੰ ਵਸਤੂਆਂ ਦੇ ਨਾਲ ਕੀ ਆ ਵਟਾਇਆ ਜਾਂਦਾ ਸੀ। ਸੋ ਬਾਰਟਰ ਸਿਸਟਮ ਦੇ ਵਿੱਚ ਕਹਿੰਦੇ ਡਿਫਰ ਪੇਮੈਂਟਸ ਪੋਸੀਬਲ ਨਹੀਂ ਹੋ ਸਕਦੀਆਂ ਸੀ। ਠੀਕ ਹੈ, ਉਦੋਂ ਆਪਾਂ ਨੂੰ ਪਤਾ ਵੀ ਕੋਈ ਵੀ ਵਸਤੂ ਸੀ, ਮੰਨ ਲਓ ਚੇਅਰ ਆ, ਚੇਅਰ ਦੀ ਡਿਫਰ ਪੇਮੈਂਟ ਨਹੀਂ ਹੋ ਸਕਦੀ। ਆਪਾਂ ਕਿਸੇ ਨੂੰ ਇੱਦਾਂ ਨਹੀਂ ਬੋਲ ਸਕਦੇ ਕਿ ਆਪਾਂ ਜਿਹੜੀ ਆ ਚੇਅਰ ਲਈ ਆ ਇਹਨੂੰ ਹੌਲੀ ਹੌਲੀ ਵਾਪਸ ਕਰ ਦਾਂਗੇ। ਕਲੀਅਰ, ਕਹਿੰਦੇ ਮਨੀ ਦੇ ਆਉਣ ਦੇ ਨਾਲ ਹੀ ਕੀ ਆ ਡਿਫਰਡ ਪੇਮੈਂਟਸ ਹੋਣੀਆਂ ਪੋਸੀਬਲ ਹੋਈਆਂ। ਸੋ ਜੋ ਵੀ ਉਧਾਰ ਲੈਣਾ ਹੁੰਦਾ ਸੀ ਆਪਾਂ, ਠੀਕ ਹੈ, ਉਧਾਰ ਲੈਣਾ, ਕਿਸੇ ਤੋਂ ਲੋਨ ਲੈਣਾ, ਉਹ ਵਾਲੀਆਂ ਪ੍ਰੋਬਲਮਸ ਬਹੁਤ ਜ਼ਿਆਦਾ ਆ ਗਈਆਂ ਸੀ ਬਾਰਟਰ ਸਿਸਟਮ ਦੇ ਵਿੱਚ। ਠੀਕ ਹੈ, ਹੁਣ ਦੇਖੋ ਵੀ ਆਪਾਂ ਕਹਿ ਸਕਦੇ ਹਾਂ ਵੀ ਜਿਹੜੇ ਡਿਫਰ ਪੇਮੈਂਟਸ ਆ ਕਾਹਦੇ ਕਰਕੇ ਪੋਸੀਬਲ ਹੋਈਆਂ, ਮਨੀ ਆਉਣ ਦੇ ਕਰਕੇ। ਠੀਕ ਹੈ, ਸੋ ਇਹਦੇ ਫੀਚਰਸ ਕੀ ਆ, ਕਹਿੰਦੇ ਦਾ ਵੈਲਿਊ ਆਫ ਮਨੀ ਇਜ਼ ਰਿਲੇਟਿਵਲੀ ਮੋਰ ਸਟੇਬਲ ਐਜ਼ ਕੰਪੇਅਰ ਟੂ ਅਦਰ ਕਮੋਡਿਟੀਜ਼। ਕਹਿੰਦੇ ਬਾਕੀ ਵਸਤੂਆਂ ਦੇ ਮੁਕਾਬਲੇ ਜਿਹੜਾ ਪੈਸਾ ਉਹ ਜ਼ਿਆਦਾ ਸਟੇਬਲ ਆ, ਜ਼ਿਆਦਾ ਸਥਿਰ ਆ, ਮਤਲਬ ਆਪਾਂ ਉਹਨੂੰ ਜ਼ਿਆਦਾ ਟਿਕਾਊ ਮੰਨ ਸਕਦੇ ਹਾਂ ਪੈਸੇ ਨੂੰ। ਠੀਕ ਹੈ, ਤਾਂ ਕਰਕੇ ਡਿਫਰ ਪੇਮੈਂਟਸ ਪੋਸੀਬਲ ਹੋਈਆਂ। ਇਸ ਤੋਂ ਬਿਨਾਂ ਮਨੀ ਇਜ਼ ਅ ਡਿਊਰੇਬਲ ਕਮੋਡਿਟੀ। ਆਪਾਂ ਪੜ੍ਹਿਆ ਕਿ ਡਿਊਰੇਬਲ ਕਮੋਡਿਟੀਜ਼ ਕਿਹੜੀਆਂ ਹੁੰਦੀਆਂ, ਜਿਹੜੀਆਂ ਲੰਬੇ ਸਮੇਂ ਤੱਕ ਆਪਾਂ ਰੱਖ ਸਕਦੇ ਹਾਂ, ਸਟੋਰ ਕਰ ਸਕਦੇ ਹਾਂ, ਉਹ ਖਰਾਬ ਨਹੀਂ ਹੁੰਦੀਆਂ। ਸੋ ਡਿਫਰਡ ਪੇਮੈਂਟ ਭਵਿੱਖ ਦੇ ਵਿੱਚ ਤਾਂ ਹੀ ਪੇਮੈਂਟਸ ਹੋ ਸਕਦੀਆਂ ਜੇ ਪੈਸਾ ਕੀ ਹੈ ਜ਼ਿਆਦਾ ਡਿਊਰੇਬਲ ਆ। ਠੀਕ ਹੈ, ਮਨੀ ਇਜ਼ ਜਨਰਲੀ ਅਸੈਪਟੇਬਲ ਐਕਸਚੇਂਜ। ਠੀਕ ਹੈ,
ठीक है। की है मनी नूं आपां पहलां भी पढ़ चुके हैं कि हरेक कोई एक्सैप्ट कर लैंदा, चाहे वो फ्यूचर ते कर दो चाहे वो प्रैजेंट दे विच कर दो। सो इन्हां फीचर्स करके ही की है अपनी इकोनमी दे विच डिफर पेमेंट्स पॉसीबल होईयां। सो इस तरह ਆਪਾਂ ਇਨ ਸ਼ਾਰਟ ਦੇ ਵਿੱਚ ਕੀ ਕਹਿ ਸਕਦੇ ਹਾਂ ਕਿ ਮਨੀ ਹੈਜ਼ ਓਨਲੀ ਫੈਸਿਲਿਟੇਟ ਦਾ ਕਰੰਟ ਟ੍ਰਾਂਜੈਕਸ਼ਨਸ ਬਟ ਆਲਸੋ ਦਾ ਫਿਊਚਰ ਟ੍ਰਾਂਜੈਕਸ਼ਨਸ। ਕਹਿੰਦੇ ਆਪਾਂ ਕਹਿ ਸਕਦੇ ਹਾਂ ਕਿ ਮਨੀ ਦੇ ਨਾਲ ਜਿਹੜੀਆਂ ਕਰੰਟ ਜਿਹੜੀਆਂ ਆਪਾਂ ਹੁਣੇ ਪ੍ਰੈਜ਼ੈਂਟ ਟਾਈਮ ਦੇ ਵਿੱਚ ਟ੍ਰਾਂਜੈਕਸ਼ਨ ਕਰਨੀਆਂ ਉਹ ਤਾਂ ਕੀ ਆ ਆਪਣੇ ਲਈ ਇੱਕ ਸਹੂਲਤ ਹੈਗੀ ਆ, ਉਹਦੇ ਨਾਲ ਨਾਲ ਕੀ ਆ ਮਨੀ ਦੇ ਆਉਣ ਦੇ ਨਾਲ ਫਿਊਚਰ ਦੀਆਂ ਟ੍ਰਾਂਜੈਕਸ਼ਨ ਵੀ ਸੰਭਵ ਹੋ ਗਈਆਂ। ठीक है, एक गल तुसीं याद रखनी है कि जिहड़ा एक्सचेंज बोलते हैं वटांदरा बोलते हैं वो गुड्स ते सर्विस का किया जाता, ठीक है। तो जिहड़ा शब्द की ट्रांजैक्शन शब्द आ, ठीक है, वो गुड्स और सर्विस जो आप इहनूं खरीदते हैं इन द टर्म्स ऑफ मनी, ठीक है, किसी नूं मनी पे करके, ठीक है, जो आप गुड्स एंड सर्विस खरीदते हैं तो उन्होंने ट्रांजैक्शनस बोलिया जाता। क्लीयर। सो यही ट्रांजैक्शन ते ਜਿਹੜੀ ਆਪਣੀ ਐਕਸਚੇਂਜ ਆ ਉਹਦੇ ਵਿੱਚ ਡਿਫਰੈਂਸ ਆ ਕਿ ਗੁड्स ਨੂੰ ਜੇ ਗੁड्स ਨਾਲ ਆਪਾਂ ਵਟਾਉਂਦੇ ਆ ਜਾਂ ਗੁड्स ਨੂੰ ਸਰਵਿਸ ਨਾਲ ਵਟਾਉਂਦੇ ਆ ਤਾਂ ਉਹਨੂੰ ਐਕਸਚੇਂਜ ਬੋਲਿਆ ਜਾਂਦਾ, ਤੇ ਜਾਂ ਜੇ ਆਪਾਂ ਗੁड्स ਐਂਡ ਸਰਵਿਸ ਦੇ ਬਦਲੇ ਕੀ ਹੈ ਪੈਸੇ ਪੇ ਕਰ ਰਹੇ ਆ ਤਾਂ ਉਹਨਾਂ ਨੂੰ ਟ੍ਰਾਂਜੈਕਸ਼ਨਸ ਬੋਲਿਆ ਜਾਂਦਾ। ਕਲੀਅਰ। ਇਸ ਤੋਂ ਅਗਲਾ ਕੰਮ ਕੀ ਆ ਮਨੀ ਦਾ ਅਗਲਾ ਸੈਕੰਡਰੀ ਕੰਮ ਜਾਂ ਆਪਾਂ ਫੰਕਸ਼ਨ ਬੋਲਦੇ ਆ ਉਹਨੂੰ ਬੋਲਦੇ ਆ ਸਟੋਰ ਆਫ ਵੈਲਿਊ, ਭੰਡਾਰ ਦਾ ਮੁੱਲ। that part of the income which is saved for the future is called as a store of value, ठीक है। ਆਪਾਂ ਨੂੰ ਵੀ ਪਤਾ ਆਪਾਂ ਮਨੀ ਆਪਾਂ ਜਿਹੜੀ ਆਪਣੀ ਇਨਕਮ ਦਾ ਜੋ ਹਿੱਸਾ ਆਪਾਂ ਕੀ ਆ ਬਚਾ ਕੇ ਰੱਖ ਦਿੰਦੇ ਆ ਉਹਨੂੰ ਸੇਵਿੰਗ ਬੋਲਦੇ ਆ, ਠੀਕ ਹੈ। ਮੰਨ ਲਓ ਕਿਸੇ ਦੀ ਇਨਕਮ ਆ 10,000 ਰੁਪਇਆ, ਠੀਕ ਹੈ, ਉਹਦੇ ਵਿੱਚੋਂ ਕੀ ਆ ਉਹ 8,000 ਰੁਪਈਆ ਖਰਚ ਕਰ ਲੈਂਦਾ ਤਾਂ ਬਾਕੀ ਕੀ ਆ ਜਿਹੜਾ 2,000 ਰੁਪਈਆ ਉਹ ਸੇਵ ਕਰਕੇ ਰੱਖ ਲੂਗਾ, ਠੀਕ ਹੈ। ਇਹਨੂੰ ਹੀ ਸੇਵਿੰਗ ਬੋਲ ਜਾਂਦੇ ਆ, ਠੀਕ ਹੈ। ਇਹ ਕਾਹਤੋਂ ਹੁੰਦੀ ਆ, ਮਤਲਬ ਜੇ ਆਪਣੇ ਕੋਲ ਪੈਸਾ ਤਾਂ ਹੀ ਆਪਾਂ ਸਟੋਰ ਆਫ ਵੈਲਿਊ ਆਪਾਂ ਆਪਦੇ ਮੁੱਲ ਦਾ ਭੰਡਾਰ ਕਰ ਸਕਦੇ ਹਾਂ, ਉਹਨੂੰ ਸਟੋਰ ਕਰਕੇ ਰੱਖ ਸਕਦੇ ਹਾਂ। ਫੋਰ ਐਗਜ਼ਾਮਪਲ ਜਿਵੇਂ ਆਪਣੇ ਅਕਾਊਂਟ ਹੁੰਦੇ ਆ, ਠੀਕ ਹੈ, ਆਪਾਂ ਬੈਂਕ ਵਿੱਚ ਅਕਾਊਂਟ ਖੁਲਾਉਂਦੇ ਆ, ਉਹ ਕਾਹਦੇ ਲਈ ਖੁਲਾਉਂਦੇ ਆ ਕਿਉਂਕਿ ਆਪਾਂ ਉਹਦੇ ਵਿੱਚ ਆਪਦੀਆਂ ਸੇਵਿੰਗਸ ਨੂੰ ਡਿਪੋਜ਼ਿਟ ਕਰਾਉਣਾ ਹੁੰਦਾ। ਸੋ ਕੀ ਆ ਇਹਦਾ ਅਗਲਾ ਆਪਾਂ ਕਹਿ ਸਕਦੇ ਹਾਂ ਸੈਕੰਡਰੀ ਫੰਕਸ਼ਨ ਕੀ ਆ ਕਿ ਸਟੋਰ ਆਫ ਵੈਲਿਊ, ਠੀਕ ਹੈ, ਮਨੀ ਦਾ ਅਗਲਾ ਫੰਕਸ਼ਨ ਹੈ ਜੋ ਕਿ ਬਹੁਤ ਹੀ ਮਹੱਤਵਪੂਰਨ ਆ। ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਬਾਰਟਰ ਸਿਸਟਮ ਦੇ ਵਿੱਚ ਕੀ ਸੀ, ਕਮੋਡਿਟੀ ਟੂ ਕਮੋਡਿਟੀ ਸੀ ਇਕੋਨਮੀ ਸੀ। ਸੋ ਉਹਦੇ ਵਿੱਚ ਆਪਾਂ ਗੁड्स ਨੂੰ ਜ਼ਿਆਦਾ ਦੇਰ ਤੱਕ ਕੀ ਆ ਸਟੋਰ ਨਹੀਂ ਕਰ ਸਕਦੇ। ਸੋ ਇਹ ਪ੍ਰੋਬਲਮ ਕੀ ਆ ਆਪਾਂ ਨੂੰ ਬਾਰਟਰ ਸਿਸਟਮ ਦੇ ਵਿੱਚ ਇਹਦਾ ਸਾਹਮਣਾ ਕਰਨਾ ਪਿਆ। ਸੋ ਇਹਦਾ ਸੈਕੰਡਰੀ ਫੰਕਸ਼ਨ ਬਣ ਗਿਆ। ਸੋ ਇਹਦੇ ਸੰਬੰਧ ਦੇ ਵਿੱਚ ਪ੍ਰੋਫੈਸਰ ਕੇਨਜ਼ ਨੇ ਇਹ ਵੀ ਕਿਹਾ ਕਿ ਮਨੀ ਇਜ਼ ਅ ਲਿੰਕ ਬਿਟਵੀਨ ਦਾ ਪ੍ਰੈਜ਼ੈਂਟ ਐਂਡ ਦਾ ਫਿਊਚਰ। ਕਹਿੰਦੇ ਮਨੀ ਇੱਕ ਲਿੰਕ ਆ ਕਿਹਦੇ ਵਿਚਕਾਰ ਪ੍ਰੈਜ਼ੈਂਟ ਟਾਈਮ ਤੇ ਫਿਊਚਰ ਟਾਈਮ ਦੇ ਵਿੱਚ। ਕਿਵੇਂ? ਕਹਿੰਦੇ ਪ੍ਰੈਜ਼ੈਂਟ ਟਾਈਮ ਦੇ ਵਿੱਚ ਜੇ ਆਪਾਂ ਪੈਸਾ ਸੇਵ ਕਰਾਂਗੇ ਤਾਂ ਇਨ ਫਿਊਚਰ ਦੇ ਵਿੱਚ ਆਪਾਂ ਉਹੀ ਪੈਸਾ ਕੀ ਹੈ ਯੂਜ਼ ਕਰ ਸਕਾਂਗੇ। ਸੋ ਕੀ ਹੈ ਮਨੀ ਹੀ ਹੈ ਜੋ ਕੀ ਹੈ ਪ੍ਰੈਜ਼ੈਂਟ ਟਾਈਮ ਤੇ ਫਿਊਚਰ ਟਾਈਮ ਦੇ ਵਿੱਚ ਇੱਕ ਲਿੰਕ ਬਣਿਆ ਹੋਇਆ, ਠੀਕ ਹੈ। ਇਸ ਤੋਂ ਅਗਲਾ ਫੰਕਸ਼ਨ ਹੈਗਾ ਲਾਸਟ ਵਨ ਇਜ਼ ਟ੍ਰਾਂਸਫਰ ਆਫ ਵੈਲਥ, ਮਤਲਬ ਮੁੱਲ ਦਾ ਤਬਾਦਲਾ ਕਰਨਾ। ਸਿੰਸ ਮਨੀ ਹੈਜ਼ ਗੋਟ ਦਾ ਫੀਚਰ ਆਫ ਜਨਰਲ ਅਸੈਪਟੇਬਿਲਿਟੀ ਦੇਅਰਫੋਰ ਵਿਦ ਦਾ ਹੈਲਪ ਆਫ ਮਨੀ ਵੈਲਿਊ ਕੈਨ ਬੀ ਟ੍ਰਾਂਸਫਰਡ ਈਜ਼ਲੀ ਫਰੋਮ ਵਨ ਪਲੇਸ ਟੂ ਅਨਦਰ ਪਲੇਸ, ਠੀਕ ਹੈ। ਮਨੀ ਨੂੰ ਆਪਾਂ ਮਨੀ ਦੇ ਹੋਣ ਕਰਕੇ ਕਿਉਂਕਿ ਮਨੀ ਦਾ ਇੱਕ ਫੀਚਰ ਆ ਆਪਾਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ ਕਿ ਹਰੇਕ ਕੋਈ ਇਹਨੂੰ ਕੀ ਆ ਅਸੈਪਟ ਕਰ ਲੈਂਦਾ, ਠੀਕ ਹੈ। ਕਹਿੰਦੇ ਸੋ ਵਿਦ ਦਾ ਹੈਲਪ ਆਫ ਮਨੀ ਆਪਾਂ ਜਿਹੜੀਆਂ ਪੇਮੈਂਟਸ ਕਰਨੀਆਂ ਹੁੰਦੀਆਂ ਈਜ਼ੀਲੀ ਟ੍ਰਾਂਸਫਰ ਕਰ ਸਕਦੇ ਹਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ, ਠੀਕ ਹੈ, ਜਿਹਨੂੰ ਟ੍ਰਾਂਸਫਰ ਆਫ ਵੈਲਥ ਬੋਲਿਆ ਜਾਂਦਾ। ਫੋਰ ਐਗਜ਼ਾਮਪਲ ਆਪਾਂ ਕੋਈ ਵੀ ਵਿਅਕਤੀ ਹੈ, ਠੀਕ ਹੈ, ਉਹ ਦਿੱਲੀ ਰਹਿੰਦਾ ਤੇ ਇੱਕ ਦੂਸਰਾ ਵਿਅਕਤੀ ਮੁੰਬਈ ਰਹਿੰਦਾ। ਸੋ ਕੀ ਆ ਜੇ ਇਹਨਾਂ ਨੇ ਦਿੱਲੀ ਰਹਿਣ ਵਾਲੇ ਵਿਅਕਤੀ ਨੇ ਮੁੰਬਈ ਰਹਿਣ ਵਾਲੇ ਵਿਅਕਤੀ ਨੂੰ ਕੀ ਆ ਪੇਮੈਂਟ ਕਰਨੀ ਆ, ਠੀਕ ਹੈ, ਕਿਸੇ ਤਰ੍ਹਾਂ ਦਾ ਭੁਗਤਾਨ ਕਰਨਾ। ਸੋ ਉਹ ਚੱਲ ਕੇ ਨਹੀਂ ਜਾਊਗਾ, ਉਹ ਕੀ ਹੈ ਸਿੱਧਾ ਟ੍ਰਾਂਸਫਰ ਕਰ ਦੂਗਾ ਮੁੰਬਈ ਰਹਿਣ ਵਾਲੇ ਵਿਅਕਤੀ ਦੇ, ਠੀਕ ਹੈ। ਇਹ ਕੀ ਹੈ ਟ੍ਰਾਂਸਫਰ ਆਫ ਵੈਲਥ ਆ ਜਿਹੜੀ ਕਿ ਪੋਸੀਬਲ ਹੋ ਸਕੀ ਮਨੀ ਦੇ ਆਨ ਕਰਕੇ। ਕਲੀਅਰ। ਇਸ ਤੋਂ ਬਿਨਾਂ ਆਪਾਂ ਲੇਟੈਸਟ ਐਗਜ਼ਾਮਪਲ ਲੈ ਸਕਦੇ ਹਾਂ ਜਿਵੇਂ ਐਮਾਜ਼ੋਨ ਜਾਂ ਪੇਟੀਐਮ, ਠੀਕ ਹੈ। ਇਹਦੇ ਨਾਲ ਕੀ ਆ ਮਨੀ ਨੂੰ ਈਜ਼ੀਲੀ ਟ੍ਰਾਂਸਫਰ ਕੀਤਾ ਜਾ ਸਕਦਾ ਅਕਾਊਂਟ ਦੇ ਜ਼ਰੀਏ, ਜਿਹਦੇ ਨਾਲ ਆਪਾਂ ਕਈ ਵਾਰੀ ਆਨਲਾਈਨ ਸ਼ਾਪਿੰਗ ਵੀ ਕਰਦੇ ਹਾਂ, ਠੀਕ ਹੈ। ਸੋ ਇਹਨਾਂ ਤਿੰਨੇ ਫੰਕਸ਼ਨਸ ਨੂੰ ਸਟੈਂਡਰਡ ਆਫ ਡਿਫਰਡ ਪੇਮੈਂਟ, ਸਟੋਰ ਆਫ ਵੈਲਿਊ ਤੇ ਟ੍ਰਾਂਸਫਰ ਆਫ ਵੈਲਥ ਨੂੰ ਮਨੀ ਦੇ ਸੈਕੰਡਰੀ ਫੰਕਸ਼ਨਸ ਮੰਨਿਆ ਜਾਂਦਾ। ਕਲੀਅਰ।
ਇਸ ਤੋਂ ਅੱਗੇ ਆਪਾਂ ਡਿਸਕਸ ਕਰਦੇ ਹਾਂ ਕਿ ਕੰਟਿੰਜੈਂਟ ਫੰਕਸ਼ਨਸ। ਠੀਕ ਹੈ, ਲਾਸਟ ਵਾਲੇ ਜਿਹੜੇ ਕਿਹੜੇ ਫੁਟਕਲ ਕਾਰਡਸ ਜਿਹਨੂੰ ਬੋਲਿਆ ਜਾਂਦਾ ਮਨੀ ਦੇ ਹੈਗੇ ਆ। ਪ੍ਰੋਫੈਸਰ ਕਿਨਲੇ ਹੈਜ਼ ਗਿਵਨ ਦਾ ਕੰਟਿੰਜੈਂਟ ਫੰਕਸ਼ਨ ਆਫ ਮਨੀ। ਠੀਕ ਹੈ, ਜਿਹੜੇ ਕੰਟਿੰਜੈਂਟ ਫੰਕਸ਼ਨ ਆ ਫੁਟਕਲ ਕਾਰਡਸ ਆ ਉਹ ਪ੍ਰੋਫੈਸਰ ਕਿਨਲੇ ਨੇ ਦਿੱਤੇ। ਠੀਕ ਹੈ, ਵਿਚ ਆਰ ਐਸੋਸੀਏਟਡ ਵਿਦ ਦਾ ਇਕਨੋਮਿਕ ਡਿਵੈਲਪਮੈਂਟ ਆਫ ਦਾ ਕੰਟਰੀ। ਕਹਿੰਦੇ ਜਿਹੜੇ ਕੰਟਿੰਜੈਂਟ ਫੰਕਸ਼ਨ ਆ ਮਨੀ ਦੇ ਫੁਟਕਲ ਕਾਰਡਸ ਆ ਉਹ ਕਿਹਦੇ ਨਾਲ ਐਸੋਸੀਏਟ ਕਰਦੇ ਆ, ਮਤਲਬ ਰਿਲੇਟ ਕਰਦੇ ਆ ਉਹ ਇਕਨੋਮਿਕ ਗਰੋਥ, ਇਕਨੋਮਿਕ ਡਿਵੈਲਪਮੈਂਟ ਜਾਂ ਆਰਥਿਕ ਵਿਕਾਸ ਦੇ ਨਾਲ, ਕਿਸੇ ਵੀ ਦੇਸ਼ ਦੇ ਆਰਥਿਕ ਵਿਕਾਸ ਦੇ ਨਾਲ ਕੀ ਹੈ ਰਿਲੇਟ ਕਰਦੇ ਆ। ਠੀਕ ਹੈ, ਜਿਨ੍ਹਾਂ ਕੰਮਾਂ ਦੇ ਨਾਲ ਕਿਸੇ ਵੀ ਦੇਸ਼ ਦੀ ਕੀ ਹੁੰਦੀ ਹੈ ਤਰੱਕੀ ਕਹਿ ਸਕਦੇ ਹਾਂ ਆਪਾਂ, ਗਰੋਥ ਕਹਿ ਸਕਦੇ ਹਾਂ ਔਰ ਡਿਵੈਲਪਮੈਂਟ ਕਹਿ ਸਕਦੇ ਹਾਂ। ਕਲੀਅਰ। ਸਭ ਤੋਂ ਪਹਿਲਾ ਫੰਕਸ਼ਨ ਕੀ ਆ ਕਿ ਮਨੀ ਇਜ਼ ਦਾ ਬੇਸਿਸ ਆਫ ਕ੍ਰੈਡਿਟ, ਮਤਲਬ ਜਿਹੜੀ ਮੁਦਰਾ ਉਧਾਰ ਦਾ ਆਧਾਰ ਹੁੰਦੀ ਹੈ। ਠੀਕ ਹੈ, ਮੁਦਰਾ ਦੇ ਨਾਲ ਕੀ ਆ ਆਪਾਂ ਉਧਾਰ ਲੈ ਸਕਦੇ ਹਾਂ। ਠੀਕ ਹੈ, ਹੁਣ ਆਪਾਂ ਨੂੰ ਪਤਾ ਹੁੰਦਾ ਜਿਹੜੀਆਂ ਪੇਮੈਂਟਸ ਕੀ ਆ ਆਪਾਂ ਫਿਊਚਰ ਦੇ ਵਿੱਚ ਕਰਨੀਆਂ ਹੁੰਦੀਆਂ ਜਾਂ ਆਪਣੇ ਕੋਲ ਪੈਸਾ ਨਹੀਂ ਹੈਗਾ, ਠੀਕ ਹੈ, ਅਕਾਊਂਟ ਦੇ ਵਿੱਚ ਆ ਆਪਾਂ ਪੇਮੈਂਟਸ ਕਰਨੀਆਂ ਹੁੰਦੀਆਂ, ਚੈੱਕ ਰਾਹੀਂ ਕਰਨੀਆਂ ਹੁੰਦੀਆਂ, ਬਿੱਲ ਆਫ ਐਕਸਚੇਂਜ ਹੁੰਦਾ। ਠੀਕ ਹੈ, ਉਹ ਕਾਹਦੇ ਕਰਕੇ, ਜਿਹੜੇ ਇਹ ਵਾਲੇ ਇੰਸਟਰੂਮੈਂਟਸ ਕਾਹਦੇ ਕਰਕੇ ਆਏ, ਕਹਿੰਦੇ ਆਪਣੀ ਮਨੀ ਕਰਕੇ। ਠੀਕ ਹੈ, ਕਹਿੰਦੇ ਇਨ ਮਾਡਰਨ ਬਿਜ਼ਨਸ ਵਰਲਡ, ਕਹਿੰਦੇ ਮਾਡਰਨ ਟਾਈਮ ਦੇ ਵਿੱਚ ਬਿਜ਼ਨਸ ਵਰਲਡ ਚੱਲ ਰਿਹਾ। ਠੀਕ ਹੈ, ਉਹਦੇ ਵਿੱਚ ਕੀ ਹੈ ਬਹੁਤ ਹੀ ਇੰਪੋਰਟੈਂਟ ਰੋਲ ਆ ਮਨੀ ਦਾ। ਠੀਕ ਹੈ, ਕਿਉਂਕਿ ਮਨੀ ਦੇ ਨਾਲ ਹੀ ਕੀ ਹੈ ਕ੍ਰੈਡਿਟ ਹੁੰਦਾ, ਮਤਲਬ ਆਪਾਂ ਕਿਸੇ ਨੂੰ ਉਧਾਰ ਦੇ ਸਕਦੇ ਹਾਂ। ਠੀਕ ਹੈ, ਇਨ ਡਿਵੈਲਪਡ ਕੰਟਰੀਜ਼ ਦਾ ਯੂਜ਼ ਆਫ ਕ੍ਰੈਡਿਟ ਇੰਸਟਰੂਮੈਂਟਸ, ਕਹਿੰਦੇ ਜਿਹੜੇ ਉਧਾਰ ਦੇ ਇੰਸਟਰੂਮੈਂਟਸ ਹੁੰਦੇ ਆ ਜਿਵੇਂ ਚੈੱਕਸ ਹੋ ਗਏ, ਬਿੱਲ ਆਫ ਐਕਸਚੇਂਜ ਹੋ ਗਏ, ਇਹਨਾਂ ਦੀ ਵਰਤੋਂ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ। ਠੀਕ ਹੈ, ਕਹਿੰਦੇ ਵਿਦਆਊਟ ਦਾ ਮਨੀ, ਕਹਿੰਦੇ ਮਨੀ ਤੋਂ ਬਿਨਾਂ ਕਹਿੰਦੇ ਜਿਹੜੇ ਆ ਇੰਸਟਰੂਮੈਂਟਸ ਆ ਇਹ ਕੀ ਆ ਕਦੇ ਵੀ ਸਰਕੂਲੇਟ ਨਹੀਂ ਹੋ ਸਕਦੀ ਆਪਣੀ ਕੰਟਰੀ ਦੇ ਵਿੱਚ, ਇਹਨਾਂ ਦਾ ਕੋਈ ਵੀ ਕੰਮ ਨਹੀਂ ਹੈਗਾ। ਸੋ ਆਪਾਂ ਕੀ ਆ ਕਹਿ ਸਕਦੇ ਹਾਂ ਵੀ ਜਿਹੜਾ ਮਨੀ ਦੇ ਵਿੱਚ ਉਹਦੇ ਵਿੱਚ ਜਿਹੜਾ ਫੀਚਰ ਆ ਕਿ ਉਹ ਇੱਕ ਕ੍ਰੈਡਿਟ ਪ੍ਰਦਾਨ ਕਰਦੀ ਹੈ, ਮਤਲਬ ਉਧਾਰ ਦਾ ਇੱਕ ਆਧਾਰ ਹੁੰਦੀ ਹੈ। ਠੀਕ ਹੈ, ਸੋ ਇਹ ਕੀ ਆ ਜਿੰਨਾ ਹੀ ਕੀ ਆ ਆਪਣੀ ਕੰਟਰੀ ਦੇ ਵਿੱਚ ਡਿਵੈਲਪਮੈਂਟ ਹੋਊਗੀ ਉਨੀ ਜ਼ਿਆਦਾ ਚੈੱਕ, ਬਿੱਲ ਆਫ ਐਕਸਚੇਂਜ ਇਹਨਾਂ ਦੀ ਵਰਤੋਂ ਕੀਤੀ ਜਾਊਗੀ। ਠੀਕ ਹੈ, ਸੋ ਇਹ ਕੀ ਹੈ ਇਹਦਾ ਕੰਟਿੰਜੈਂਟ ਫੰਕਸ਼ਨ ਹੈ। ਇਸ ਤੋਂ ਅਗਲਾ ਫੰਕਸ਼ਨ ਹੈਗਾ ਮਨੀ ਇਨਕਰੀਜ਼ ਦਾ ਪ੍ਰੋਡਕਟਿਵਿਟੀ ਆਫ ਕੈਪੀਟਲ। ਕੈਪੀਟਲ ਦਾ ਮਤਲਬ ਹੁੰਦਾ ਪੂੰਜੀ। ਕਹਿੰਦੇ ਮਨੀ ਆ ਜਿਹੜੀ ਉਹ ਪੂੰਜੀ ਦੀ ਪ੍ਰੋਡਕਟਿਵਿਟੀ ਮਤਲਬ ਉਤਪਾਦਨ ਸ਼ਕਤੀ ਨੂੰ ਵਧਾਉਂਦਾ, ਮਤਲਬ ਆਪਾਂ ਮਨੀ ਦੀ ਵਰਤੋਂ ਕਰਕੇ ਪੂੰਜੀ ਦੇ ਵਿੱਚ ਵਾਧਾ ਕਰ ਸਕਦੇ ਹਾਂ। ਦੇਖੋ ਮਨੀ ਇਜ਼ ਦਾ ਮੋਸਟ ਲਿਕੁਇਡ ਫਾਰਮ ਆਫ ਕੈਪੀਟਲ। ਠੀਕ ਹੈ, ਮਨੀ ਨੂੰ ਕੀ ਹੈ ਮੋਸਟ ਲਿਕੁਇਡ ਫਾਰਮ ਆਫ ਕੈਪੀਟਲ ਮੰਨਿਆ ਜਾਂਦਾ, ਮਤਲਬ ਇਹਨੂੰ ਆਸਾਨੀ ਦੇ ਨਾਲ ਆਪਾਂ ਸਟੋਰ ਕਰ ਸਕਦੇ ਹਾਂ, ਆਸਾਨੀ ਦੇ ਨਾਲ ਟਰਾਂਸਫਰ ਕਰ ਸਕਦੇ ਹਾਂ। ਠੀਕ ਹੈ, ਤਾਂ ਕਰਕੇ ਮੋਸਟ ਕੀ ਹੈ ਲਿਕੁਇਡ ਆ, ਇਹਨੂੰ ਕੀ ਹੈ ਇਹਦਾ ਯੂਜ਼ ਕਰਨਾ ਬਹੁਤ ਹੀ ਜ਼ਿਆਦਾ ਸੌਖਾ। ਸੋ ਕੈਨ ਬੀ ਪੁੱਟ ਟੂ ਦਾ ਵੇਰੀਅਸ ਯੂਜ਼ਸ, ਸੋ ਆਪਾਂ ਮਨੀ ਨੂੰ ਬਹੁਤ ਸਾਰੇ ਕੰਮਾਂ ਦੇ ਵਿੱਚ ਪਾ ਸਕਦੇ ਹਾਂ, ਆਪਾਂ ਜਿਵੇਂ ਵੀ ਚਾਹੀਏ ਆਪਾਂ ਉਵੇਂ ਹੀ ਮਨੀ ਦੀ ਵਰਤੋਂ ਕਰ ਸਕਦੇ ਹਾਂ। ਮਤਲਬ capital transfer from the less productive use to the more productive ਯੂਜ਼ਰਸ। ਠੀਕ ਹੈ, ਕਹਿੰਦੇ ਜੇ ਆਪਣੀ ਮਨੀ ਦੇ ਨਾਲ ਘੱਟ ਪ੍ਰੋਡਕਟਿਵ ਘੱਟ ਉਤਪਾਦਕ ਉਹਦੀ ਕੈਪੀਟਲ ਦਾ ਜਿਹੜਾ ਉਤਪਾਦਨ ਆ ਘੱਟ ਹੋ ਰਿਹਾ ਤਾਂ ਆਪਾਂ ਉਹਨੂੰ ਟਰਾਂਸਫਰ ਕਰ ਦਿੰਦੇ ਹਾਂ, ਕਰ ਸਕਦੇ ਹਾਂ ਮੋਰ ਪ੍ਰੋਡਕਟਿਵ, ਜਿੱਥੋਂ ਆਪਾਂ ਨੂੰ ਬਹੁਤ ਜ਼ਿਆਦਾ ਹੋਰ ਕੈਪੀਟਲ ਪੈਦਾ ਹੁੰਦੀ ਹੈ, ਮਤਲਬ ਆਪਾਂ ਹੋਰ ਪ੍ਰੋਡਕਟਿਵਿਟੀ ਕਰ ਸਕੀਏ। ਠੀਕ ਹੈ, ਕੈਪੀਟਲ ਨੂੰ ਹੋਰ ਜ਼ਿਆਦਾ ਵਧਾ ਸਕੀਏ। ਸੋ ਪੀਪਲ ਹੋਲਡ ਕੈਸ਼ ਬੈਲੈਂਸ, ਇਸ ਤੋਂ ਬਿਨਾਂ ਕੀ ਹੈ ਲੋਕਾਂ ਕੋਲ ਕੀ ਹੈ ਕੈਸ਼ ਹੁੰਦਾ, ਉਹ ਆਪਣੇ ਜਿਹੜੇ ਪੈਸੇ ਨੂੰ ਕਿਸੇ ਵੀ ਤਰ੍ਹਾਂ ਨਾਲ ਵਰਤ ਸਕਦੇ ਆ, ਉਹਦੀ ਕੰਜ਼ੰਪਸ਼ਨ ਕਰ ਸਕਦੇ ਆ। ਠੀਕ ਹੈ, ਜਾਂ ਉਹ ਭਵਿੱਖ ਦੇ ਲਈ ਫਿਊਚਰ ਦੇ ਲਈ ਕੀ ਹੈ ਇਨਵੈਸਟਮੈਂਟ ਲਈ ਬਚਾ ਸਕਦੇ ਆ, ਕੋਈ ਸਿਕਨੈਸ ਵਾਸਤੇ ਉਹ ਬਚਾ ਸਕਦੇ ਆ, ਕੋਈ ਇੰਸੀਡੈਂਟ ਦੇ ਲਈ ਉਹ ਸਾਈਡ 'ਤੇ ਰੱਖ ਸਕਦੇ ਆ। ਠੀਕ ਹੈ, ਇਸ ਤਰ੍ਹਾਂ ਕੀ ਆ ਮਨੀ ਦੇ ਰਾਹੀਂ ਕੀ ਆ ਜਿਹੜੀ ਕੈਪੀਟਲ ਨੂੰ ਇਨਕਰੀਜ਼ ਕੀਤਾ ਜਾਂਦਾ, ਉਹਦੀ ਪ੍ਰੋਡਕਟਿਵਿਟੀ ਨੂੰ ਵਧਾਇਆ ਜਾ ਸਕਦਾ। ਠੀਕ ਹੈ, ਇਸ ਤੋਂ ਅੱਗੇ ਦੇਖੋ ਮਨੀ ਫੈਸਿਲਿਟੇਟ ਦਾ ਡਿਸਟਰੀਬਿਊਸ਼ਨ ਆਫ ਨੈਸ਼ਨਲ ਇਨਕਮ। ਠੀਕ ਹੈ, ਨੈਸ਼ਨਲ ਇਨਕਮ ਦਾ ਮਤਲਬ ਹੁੰਦਾ ਰਾਸ਼ਟਰੀ ਆਮਦਨ ਦੀ ਵੰਡ ਕਰਨਾ। ਠੀਕ ਹੈ, ਆਪਾਂ ਨੂੰ ਪਤਾ ਵੀ ਰਾਸ਼ਟਰੀ ਆਮਦਨ ਦੀ ਵੰਡ ਕਿਵੇਂ ਕੀਤੀ ਜਾਂਦੀ ਹੈ, ਮਤਲਬ ਟੋਟਲ ਇਨਕਮ ਜਨਰੇਟਡ। ਠੀਕ ਹੈ, ਕਹਿੰਦੇ ਆਪਣੇ ਕੋਲ ਜਿਹੜੇ ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ ਕੁਝ ਕੀ ਹੁੰਦੇ ਆ ਫੈਕਟਰ ਆਫ ਪ੍ਰੋਡਕਸ਼ਨ ਹੁੰਦੇ ਆ, ਜਿਵੇਂ ਲੈਂਡ, ਲੇਬਰ, ਕੈਪੀਟਲ, ਇੰਟਰਪ੍ਰੇਨਿਓਰ, ਉਹਦੇ ਬਦਲੇ ਆਪਾਂ ਨੂੰ ਕੀ ਮਿਲਦਾ ਰੈਂਟ, ਵੇਜਸ, ਇੰਟਰਸਟ ਐਂਡ ਪ੍ਰੋਫਿਟ। ਠੀਕ ਹੈ, ਹੁਣ ਜਿਹੜੇ ਆਹ ਰੈਂਟ ਆ, ਵੇਜਸ ਆ, ਪ੍ਰੋਫਿਟ ਆ ਜਾਂ ਫਿਰ ਇੰਟਰਸਟ ਆ, ਇਹ ਕਿਹਦੀ ਫਾਰਮ 'ਚ ਪੇ ਕੀਤੇ ਜਾਂਦੇ ਆ ਆਪਾਂ ਨੂੰ ਮਨੀ ਦੀ ਫਾਰਮ ਦੇ ਵਿੱਚ। ਠੀਕ ਹੈ, ਦਿਸ ਡਿਸਟਰੀਬਿਊਸ਼ਨ ਆਫ ਨੈਸ਼ਨਲ ਇਨਕਮ ਇਜ਼ ਡਨ ਵਿਦ ਦਾ ਹੈਲਪ ਆਫ ਮਨੀ। ਠੀਕ ਹੈ, ਮਨੀ ਦੇ ਆਉਣ ਦੇ ਨਾਲ ਹੀ ਜਿਹੜੀ ਆਪਣੀ ਜਿਹੜੀ ਆਹ ਨੈਸ਼ਨਲ ਇਨਕਮ ਦੀ ਡਿਸਟਰੀਬਿਊਸ਼ਨ ਆ, ਠੀਕ ਹੈ, ਉਹ ਵੰਡ ਸਹੀ ਤਰੀਕੇ ਦੇ ਨਾਲ ਹੋ ਸਕੀ ਹੈ।
ਅਗਲਾ ਫੰਕਸ਼ਨ ਆ ਮਨੀ ਡਿਟਰਮਿਨਸ ਦਾ ਸੋਲਵੈਂਸੀ। ਸੋਲਵੈਂਸੀ ਦਾ ਮਤਲਬ ਹੁੰਦਾ ਵੀ ਕਰਜ਼ਾ ਚੁਕਾਉਣ ਦੀ ਸਮਰੱਥਾ, ਜਿਹੜੇ ਕਰਜ਼ੇ ਵਗੈਰਾ ਲੈਂਦੇ ਆ ਉਹਨੂੰ ਚੁਕਾਉਣ ਦੀ ਸਮਰੱਥਾ। ਕਹਿੰਦੇ ਮਨੀ ਦੇ ਨਾਲ ਹੀ ਆਪਾਂ ਆਸ ਕਰ ਸਕਦੇ ਹਾਂ ਵੀ ਜਿਹੜੇ ਲੋਨਸ ਆ ਤੇ ਕਰਜ਼ੇ ਵਗੈਰਾ ਲਏ ਆ ਉਹ ਵਾਪਸ ਆਉਣਗੇ। ਠੀਕ ਹੈ, ਇਸ ਤਰ੍ਹਾਂ ਆਪਾਂ ਕੀ ਕਹਿ ਸਕਦੇ ਹਾਂ ਕਿ ਜਿਹੜੇ ਇੰਡੀਵਿਜੂਅਲਸ ਆ ਜਾਂ ਫਰਮਸ ਆ, ਜਿਹੜੀ ਕੋਈ ਵੀ ਵਿਅਕਤੀ ਆ, ਇੰਡੀਵਿਜੂਅਲ ਮਤਲਬ ਆਪਾਂ ਜਿਹੜੇ ਕਿ ਹਾਊਸ ਹੋਲਡ ਆ, ਫਰਮਸ ਆ ਜਿਹੜੇ ਪ੍ਰੋਡਕਸ਼ਨ ਵਗੈਰਾ ਕਰਦੇ ਆ, ਠੀਕ ਹੈ, ਉਹ ਕੀ ਆ ਆਪਣੇ ਲੋਨਸ ਲੈਂਦੇ ਆ। ਹੋਮ ਲੋਨ ਹੋ ਸਕਦਾ, ਕੋਈ ਕਾਰ ਲਈ ਆ, ਠੀਕ ਹੈ, ਉਹਨਾਂ ਨੇ ਜਾਂ ਕੋਈ ਪ੍ਰੋਪਰਟੀ ਲਈ ਆ, ਠੀਕ ਹੈ, ਉਹਦੇ ਲਈ ਲੋਨਸ ਲੈ ਲੈਂਦੇ ਆ। ਠੀਕ ਹੈ, ਉਹ ਉਹਦੀਆਂ ਮੋਨੀਟਰੀ ਲਾਇਬਿਲਿਟੀਜ਼ ਬਣ ਜਾਂਦੀਆਂ ਵੀ ਉਹਨਾਂ ਨੇ ਕੀ ਆ ਉਹਨਾਂ ਨੂੰ ਵਾਪਸ ਵੀ ਕਰਨਾ ਹੁੰਦਾ। ਸੋ ਇਹ ਕਿਹਦੀ ਫਾਰਮ ਦੇ ਵਿੱਚ ਪੇ ਹੋਣਗੀਆਂ? ਮਨੀ ਦੀ ਫਾਰਮ ਵਿੱਚ। ਠੀਕ ਹੈ, ਕਰਜ਼ਾ ਚੁਕਾਉਣਾ, ਕਹਿੰਦੇ ਜੇ ਆਪਾਂ ਕੀ ਆ ਕਿਸੇ ਤੋਂ ਲੋਨ ਵਗੈਰਾ ਲੈਂਦੇ ਆ ਤਾਂ ਆਪਾਂ ਨੂੰ ਕੀ ਆ ਪੈਸੇ ਦੇ ਰੂਪ ਵਿੱਚ ਹੀ ਆਪਾਂ ਉਹ ਕਰਜ਼ਾ ਕੀ ਆ ਚੁਕਾ ਸਕਦੇ ਹਾਂ। ਸੋ ਆਪਾਂ ਕਹਿ ਸਕਦੇ ਹਾਂ ਕਿ ਮਨੀ ਸਰਵਸ ਐਜ਼ ਅ ਗਰੰਟੀ ਆਫ ਸੋਲਵੈਂਸੀ, ਮਤਲਬ ਕਰਜ਼ਾ ਚੁਕਾਉਣ ਦੀ ਗਰੰਟੀ ਮਿਲ ਜਾਂਦੀ ਹੈ ਮਨੀ ਦੇ ਨਾਲ। ਠੀਕ ਹੈ, ਵੀ ਮਨੀ ਦੀ ਫਾਰਮ ਦੇ ਵਿੱਚ ਹੀ ਇਹ ਸਾਰਾ ਕੁਛ ਕੀ ਆ ਚੁਕਾਇਆ ਜਾਊਗਾ। ਠੀਕ ਹੈ, ਜਾਂ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਕਈ ਵਾਰੀ ਕੀ ਆ ਲੋਨ, ਕੋਈ ਵੀ ਵਿਅਕਤੀ ਲੋਨ ਲੈਂਦਾ ਤਾਂ ਉਹ ਗਿਰਵੀ ਰੱਖ ਦਿੰਦਾ ਆਪਣਾ ਹੋਮ, ਠੀਕ ਹੈ, ਕਾਰ, ਕੈਸ਼ ਜਾਂ ਕੋਈ ਵੀ ਪ੍ਰੋਪਰਟੀ। ਠੀਕ ਹੈ, ਕੀ ਆ ਵੀ ਜੇ ਉਹ ਕਰਜ਼ਾ ਇਨ ਫਿਊਚਰ ਵੀ ਨਾ ਚੁਕਾ ਸਕਿਆ ਤਾਂ ਕੀ ਆ ਉਹਦੇ ਹਾਊਸ ਨੂੰ, ਉਹਦੇ ਕਾਰ ਨੂੰ, ਉਹਦੀ ਪ੍ਰੋਪਰਟੀ ਨੂੰ ਵੇਚ ਕੇ ਇਨ ਦਾ ਫਾਰਮ ਆਫ ਮਨੀ ਦੇ ਵਿੱਚ ਕਨਵਰਟ ਕਰਕੇ ਕੀ ਆ ਕਰਜ਼ਿਆਂ ਦੀ ਅਦਾਇਗੀ ਕਰ ਸਕਦੇ ਆ। ਠੀਕ ਹੈ, ਕਹਿੰਦੇ ਜੇਕਰ ਉਹ ਕਰਜ਼ਾ ਨਹੀਂ ਚੁਕਾਉਂਦਾ ਤਾਂ ਉਹਨੂੰ ਬੈਂਕ ਕਰਪਟ, ਜਿਹਨੂੰ ਦਿਵਾਲੀਆ ਜਿਹੜਾ ਘੋਸ਼ਿਤ ਕਰ ਦਿੱਤਾ ਜਾਂਦਾ ਹੈ। ਠੀਕ ਹੈ, ਇਸ ਤੋਂ ਅਗਲਾ ਫੰਕਸ਼ਨ ਹੈਗਾ ਮਨੀ ਇਜ਼ ਬੀਅਰਰ ਆਫ ਸੈਵਰਲ ਯੂਜ਼ਸ ਜਾਂ ਸੈਵਰਲ ਆਪਸ਼ਨਸ। ਕਹਿੰਦੇ ਮਨੀ ਨੂੰ ਕੀ ਆ ਹਰੇਕ ਕੋਈ ਆਪਦੇ ਹਿਸਾਬ ਦੇ ਨਾਲ ਕੀ ਆ ਵਰਤ ਸਕਦਾ। ਫੋਰ ਐਗਜ਼ਾਮਪਲ ਆਪਾਂ ਕਹਿ ਸਕਦੇ ਹਾਂ ਕਿ ਪੀਪਲ ਸਪੈਂਡ ਮਨੀ, ਜਿਹੜੇ ਵੀ ਕੋਈ ਵੀ ਪਰਸਨ ਆ ਉਹ ਮਨੀ ਨੂੰ, ਪੈਸੇ ਨੂੰ ਆਪਦੇ ਹਿਸਾਬ ਦੇ ਨਾਲ, ਆਪਦੀ ਡਿਜ਼ਾਇਰ ਦੀ, ਆਪਦੀ ਇੱਛਾ ਦੇ ਹਿਸਾਬ ਦੇ ਨਾਲ ਕੀ ਆ ਖਰਚ ਕਰ ਸਕਦੇ। ਠੀਕ ਹੈ, ਕੀ ਆ ਆਪਾਂ ਫੋਰ ਐਗਜ਼ਾਮਪਲ ਦੇਖਦੇ ਹਾਂ ਕਿ ਮਿਸਟਰ ਡੇਵਿਡਸਨ ਆ, ਠੀਕ ਹੈ, ਉਹਦੇ ਕੋਲ ਮੰਨ ਲਓ ਆਪਣੇ ਕੋਲ ਉਹਦੇ ਕੋਲ $50,000 ਆ। ਠੀਕ ਹੈ, ਉਹ ਆਪਦੀ ਇੱਛਾ ਦੇ ਅਨੁਸਾਰ ਉਹ $50,000 ਦਾ ਘਰ ਵੀ ਖਰੀਦ ਸਕਦਾ, ਆਪਣੇ ਬੱਚਿਆਂ ਦੀ ਪੜ੍ਹਾਈ ਤੇ ਖਰਚ ਵੀ ਕਰ ਸਕਦਾ। ਠੀਕ ਹੈ, ਉਹਨੂੰ ਪੂਰਾ ਦੇ ਪੂਰਾ ਕੀ ਆ ਸੇਵ ਵੀ ਕਰ ਸਕਦਾ। ਸੋ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਮਨੀ ਦੇ ਯੂਜ਼ ਕਰਨ ਦੇ, ਠੀਕ ਹੈ, ਮਨੀ ਨੂੰ ਵਰਤਣ ਦੇ ਹਰੇਕ ਦੇ ਆਪਦੇ ਕੀ ਆ ਡਿਜ਼ਾਇਰ, ਆਪਦੀ ਇੱਛਾ, ਉਹ ਕੀ ਆ ਸਿਚੁਏਸ਼ਨ 'ਤੇ ਡਿਪੈਂਡ ਕਰਦਾ ਵੀ ਉਹ ਕਿਹੜੇ ਹਿਸਾਬ ਦੇ ਨਾਲ ਆਪਣੇ ਪੈਸੇ ਨੂੰ ਖਰਚ ਕਰੂਗਾ। ਇਸ ਤੋਂ ਅੱਗੇ ਲਾਸਟ ਵਾਲਾ ਇਹਦਾ ਫੰਕਸ਼ਨ ਹੈਗਾ ਕਿ ਮਨੀ ਹੈਲਪ ਟੂ ਡਿਟਰਮਿਨ ਦਾ ਇਕੁਇਲਿਬਰੀਅਮ ਆਫ ਕੰਜ਼ਿਊਮਰ ਐਂਡ ਪ੍ਰੋਡਿਊਸਰ। ਠੀਕ ਹੈ, ਕਹਿੰਦੇ ਮੁਦਰਾ ਉਪਭੋਗਤਾ ਅਤੇ ਉਤਪਾਦਕ ਦਾ ਸੰਤੁਲਨ ਨਿਰਧਾਰਿਤ ਕਰਨ ਵਿੱਚ ਕੀ ਆ ਸਹਾਇਤਾ ਕਰਦੀ ਹੈ। ਹੁਣ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਇਹ ਕੰਜ਼ਿਊਮਰ ਕਦੋਂ ਸੰਤੁਲਨ ਦੇ ਵਿੱਚ ਹੁੰਦਾ, ਠੀਕ ਹੈ, ਤੇ ਪ੍ਰੋਡਿਊਸਰ ਕਦੋਂ ਆਪਣੀ ਸੰਤੁਲਨ ਦੀ ਸਥਿਤੀ ਦੇ ਵਿੱਚ ਹੁੰਦਾ। ਠੀਕ ਹੈ, ਆਪਾਂ ਨੂੰ ਪਤਾ ਕੰਜ਼ਿਊਮਰ ਮਤਲਬ ਆਪਾਂ ਲੋਕ, ਜਦੋਂ ਕੋਈ ਵੀ ਕੰਜ਼ਿਊਮਰ ਕਹਿੰਦੇ ਉਦੋਂ ਉਹਨੂੰ ਇਕੁਇਲਿਬਰੀਅਮ ਦੀ ਸਥਿਤੀ ਦੇ ਵਿੱਚ ਕਿਹਾ ਜਾਂਦਾ ਜਦੋਂ ਕੀ ਆ ਉਹਨੂੰ ਕੀ ਆ ਜਿਹੜੀ ਆਪਦੀ ਇਨਕਮ ਨੂੰ ਇਸ ਤਰ੍ਹਾਂ ਖਰਚ ਕਰਦਾ ਵੀ ਉਹਨੂੰ ਕੀ ਆ ਵੱਧ ਤੋਂ ਵੱਧ ਕੀ ਆ ਸੰਤੁਸ਼ਟੀ ਪ੍ਰਾਪਤ ਹੁੰਦੀ ਹੈ। ਆਪਾਂ ਨੂੰ ਸੰਤੁਸ਼ਟੀ ਕਦੋਂ ਪ੍ਰਾਪਤ ਹੁੰਦੀ ਆ? ਜਦੋਂ ਕੀ ਆ ਆਪਾਂ ਨੂੰ ਘੱਟ ਪੈਸੇ ਪੇ ਕਰਨੇ ਪੈਂਦੇ ਆ ਤੇ ਆਪਾਂ ਨੂੰ ਜ਼ਿਆਦਾ ਕੀ ਆ ਕੁਆਂਟੀਟੀ ਦੇ ਵਿੱਚ ਚੀਜ਼ਾਂ ਮਿਲਦੀਆਂ। ਠੀਕ ਹੈ, ਇਸ ਤੋਂ ਬਿਨਾਂ ਆਪਾਂ ਅੱਗੇ ਕੀ ਕਹਿ ਸਕਦੇ ਹਾਂ ਕਿ ਕੋਈ ਵੀ ਪ੍ਰੋਡਿਊਸਰ ਕੀ ਆ ਕਦੋਂ ਇਕੁਇਲਿਬਰੀਅਮ ਦੇ ਵਿੱਚ ਹੁੰਦਾ। ਕਹਿੰਦੇ ਪ੍ਰੋਡਿਊਸਰ ਉਦੋਂ ਇਕੁਇਲਿਬਰੀਅਮ ਦੇ ਵਿੱਚ ਹੁੰਦਾ ਜਦੋਂ ਉਹਦੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਹੁੰਦੀ ਹੈ ਤੇ ਉਹਦੀ ਜਿਹੜੀ ਕਾਸਟ ਉਹਨੂੰ ਪੈਦਾ ਕਰਨ ਤੇ ਉਹ ਪ੍ਰੋਡਕਸ਼ਨ ਨੂੰ ਪੈਦਾ ਕਰਨ ਤੇ ਕਾਸਟ ਬਹੁਤ ਜ਼ਿਆਦਾ ਘੱਟ ਆਈ ਹੁੰਦੀ ਹੈ। ਸੋ ਆਪਾਂ ਕੰਜ਼ਿਊਮਰ ਦੇ ਇਕੁਇਲਿਬਰੀਅਮ ਨੂੰ ਦਿਖਾ ਸਕਦੇ ਹਾਂ ਵੀ ਕੋਈ ਵੀ ਗੁੱਡ ਐਕਸ ਆ, ਠੀਕ ਹੈ, ਗੁੱਡ ਐਕਸ ਦਾ ਪ੍ਰਾਈਸ ਆ ਤੇ ਉਹਦੇ ਤੋਂ ਮਿਲਣ ਵਾਲੀ MU ਮਤਲਬ ਮਾਰਜਨਲ ਯੂਟਿਲਿਟੀ ਦੇ ਬਰਾਬਰ ਹੈ। ਠੀਕ ਹੈ, ਜਿੰਨਾ ਉਹਦਾ ਪ੍ਰਾਈਸ ਪੇ ਕਰ ਰਿਹਾ ਉਹਦੇ ਤੋਂ ਮਿਲਣ ਵਾਲੀ ਸੰਤੁਸ਼ਟੀ ਵੀ ਉਹਦੇ ਬਰਾਬਰ ਆ। ਸੋ ਉੱਦਾਂ ਹੀ ਕਹਿੰਦੇ ਜਿਹੜੀਆਂ ਕੋਈ ਵੀ ਵਸਤੂ ਪ੍ਰੋਡਿਊਸਰ Y ਖਰੀਦਦਾ, ਕੋਈ ਵੀ Z ਹੈ, ਠੀਕ ਹੈ, ਉਹਨਾਂ ਤੋਂ ਮਿਲਣ ਵਾਲੀ ਸੰਤੁਸ਼ਟੀ ਜੇਕਰ ਕਹਿੰਦੇ ਉਹਨਾਂ ਦੀ ਮਾਰਜਨਲ ਯੂਟਿਲਿਟੀ ਉਹਨਾਂ ਦੇ ਪ੍ਰਾਈਸ ਦੇ ਬਰਾਬਰ ਆ ਤਾਂ ਕੰਜ਼ਿਊਮਰ ਕੀ ਆ ਇਕੁਇਲਿਬਰੀਅਮ ਦੇ ਵਿੱਚ ਹੁੰਦਾ। ਸੋ ਇਸੇ ਤਰ੍ਹਾਂ ਕੀ ਆਪਾਂ ਕਹਿ ਸਕਦੇ ਹਾਂ ਕਿ ਮਨੀ ਦੇ ਨਾਲ ਹੀ ਆਪਾਂ ਡਿਟਰਮਿਨ ਕਰ ਸਕਦੇ ਹਾਂ ਕਿ ਕੰਜ਼ਿਊਮਰ ਦਾ ਇਕੁਇਲਿਬਰੀਅਮ ਕਿਵੇਂ ਆ ਤੇ ਪ੍ਰੋਡਿਊਸਰ ਦਾ ਇਕੁਇਲਿਬਰੀਅਮ ਕਿਵੇਂ ਹੁੰਦਾ ਹੈ। ਠੀਕ ਹੈ, ਇੱਥੇ ਹੀ ਆਪਣੇ ਜਿਹੜੇ ਇਹ ਫੰਕਸ਼ਨਸ ਆ ਫਿਨਿਸ਼ ਹੋ ਜਾਂਦੇ ਆ। ਸੋ ਥੈਂਕ ਯੂ ਸਟੂਡੈਂਟਸ।